ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਅੱਜ ਇਸ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਉਸ ਦਾ ਮੂਲ ਪਾਠ ਸਾਂਝਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨ ਹੋਏ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰੁੱਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ। ਜਾ ਕਰਤਾ ਸਿਰ ਠੇਕੋ ਸਾਜੈ, ਆਪੇ ਜਾਣੈ ਸੋਈ। ਕਿਮ ਕਰ ਆਖਾਂ ਕਿਮ ਸਾਲਾਹੀ, ਕਿਉ ਵਰਨੀ ਕਿਮ ਜਾਣਾ। ਨਾਨਕ ਆਖਣ ਸਭ ਕੋ ਆਖੈ, ਇਕ ਦੂੰ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਵਾਹਿਗੁਰੂ ਜੀਓ। ਅੱਜ ਦੀ ਇਸ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇਸ ਸ੍ਰਿਸ਼ਟੀ ਦੇ ਬਣਨ ਦਾ ਜ਼ਿਕਰ ਕੀਤਾ ਅਤੇ ਨਾਲ ਦੱਸਿਆ ਕਿ ਜੇਕਰ ਕੋਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੈ ਤਾਂ ਕਿਤਨਾ ਕੁ ਉਸ ਦਾ ਮਾਣ ਵਡਿਆਈ ਪੈਦਾ ਹੁੰਦਾ ਹੈ। ਸਭ ਤੋਂ ਪਹਿਲੀ ਲਾਈਨ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਤੀਰਥ ਤਪ ਦਇਆ ਦਤ ਦਾਨ। ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ, ਤਪ ਕਰਨੇ, ਕਿਸੇ ਜੀਵ ਦੇ ਉੱਤੇ ਦਇਆ ਕਰਨੀ, ਕੋਈ ਦਾਨ ਕਰਨਾ। ਤੀਰਥ ਤਪ ਦਇਆ ਦਤ ਦਾਨ, ਕਿ ਜੇਕਰ ਕੋਈ ਇਹ ਸਾਰੀਆਂ ਚੀਜ਼ਾਂ ਕਰ ਰਿਹਾ, ਤੀਰਥਾਂ 'ਤੇ ਇਸ਼ਨਾਨ ਕਰ ਰਿਹਾ ਹੈ, ਦਇਆ ਦਾ ਭਾਵ ਰੱਖ ਰਿਹਾ, ਤਪ ਕਰ ਰਿਹਾ, ਦਾਤਾਂ ਦਾ ਦਾਨ ਦੇ ਰਿਹਾ, ਅਤੇ ਕਹਿੰਦੇ ਨੇ ਕਿ ਜੇਕਰ ਕੋਈ ਅਜਿਹਾ ਵਿਅਕਤੀ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਅਤੇ ਕਹਿੰਦੇ ਨੇ ਕਿ ਉਹਨੂੰ ਬਦਲੇ 'ਚ ਕੀ ਪ੍ਰਾਪਤ ਹੋਏਗਾ। ਜੇ ਕੋ ਪਾਵੈ ਤਿਲ ਕਾ ਮਾਨ। ਤਿਲ ਮੈਨੇ ਥੋੜ੍ਹਾ ਜਿਹਾ, ਜਿਹੜੇ ਅਸੀਂ ਤਿਲ ਗੁੜ ਤਿਲ ਅਸੀਂ ਦੇਖਦੇ ਹਾਂ, ਉਹ ਤਿਲ ਉਹਨਾਂ ਇੱਕ ਸਾਈਜ਼। ਕਹਿੰਦੇ ਨੇ ਕਿ ਜੇਕਰ ਕਿਸੇ ਨੂੰ ਕੋਈ ਮਾਣ ਵਡਿਆਈ ਮਿਲ ਵੀ ਜਾਵੇ ਤਾਂ ਬਹੁਤ ਜ਼ਿਆਦਾ ਵੱਡੀ ਮਾਣ ਵਡਿਆਈ ਨਹੀਂ ਮਿਲੇਗੀ, ਬਸ ਇੱਕ ਤਿਲ ਮਾਤਰ ਉਸ ਨੂੰ ਮਾਣ ਵਡਿਆਈ ਮਿਲੇਗੀ ਜੇਕਰ ਕੋਈ ਅਜਿਹੇ ਕੰਮਾਂ ਦੇ ਵਿੱਚ ਜਾਂਦਾ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਣ। ਪਰ ਦੂਸਰੇ ਪਾਸੇ ਕੀ ਨਾਲ ਹੀ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ। ਪਰ ਕਹਿੰਦੇ ਕੋਈ ਅਜਿਹਾ ਵਿਅਕਤੀ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਸੁਣਿਆ ਅਤੇ ਸੁਣ ਕੇ ਕੀ ਕੀਤਾ, ਉਸ ਨੂੰ ਮੰਨਿਆ। ਸੁਣਿਆ ਮੰਨਿਆ ਅਤੇ ਫਿਰ ਮਨ ਕੀਤਾ ਭਾਉ। ਭਾਉ ਮੈਨੇ ਹੈਗਾ ਪ੍ਰੇਮ, ਕਿ ਇਹ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਉਸ ਨੂੰ ਆਪਣੇ ਜੀਵਨ 'ਚ ਢਾਲ ਕੇ ਉਸ ਤੋਂ ਬਾਅਦ ਉਸਨੇ ਆਪਣੇ ਪਰਮਾਤਮਾ ਦੇ ਨਾਲ ਆਪਣੇ ਮਨ ਦੇ ਵਿੱਚ ਪਿਆਰ ਪੈਦਾ ਕੀਤਾ, ਪਿਆਰ ਦੀ ਭਾਵਨਾ ਪੈਦਾ ਕੀਤੀ। ਭਾਉ ਉਹ ਲੈ ਕੇ ਆਂਦਾ ਆਪਣੇ ਜੀਵਨ 'ਚ। ਕਹਿੰਦੇ ਨੇ ਕਿ ਫਿਰ ਉਹਦੀ ਹਾਲਤ ਕੀ ਹੋਏਗੀ, ਅੰਤਰਗਤ ਤੀਰਥ ਮਲ ਨਹਾਓ। ਮੰਨ ਲਓ ਕਿ ਉਹਦੇ ਅੰਦਰ ਹੀ ਸਰੋਵਰ ਬਣ ਗਿਆ।
ਨਾਮ ਦਾ ਸਰੋਵਰ ਉਹਦੇ ਹਿਰਦੇ ਦੇ ਵਿੱਚ ਹੀ ਬਣ ਗਿਆ। ਉਸਨੇ ਪਰਮਾਤਮਾ ਦਾ ਨਾਮ ਜਿਹੜਾ ਸੁਣਿਆ, ਮੰਨਿਆ ਅਤੇ ਪਰਮਾਤਮਾ ਦੇ ਨਾਲ ਜਿਹੜਾ ਪਿਆਰ ਪੈਦਾ ਕੀਤਾ। ਮੰਨ ਲਓ ਕਿ ਉਸਨੇ ਪਰਮਾਤਮਾ ਦੇ ਨਾਮ ਸਰੋਵਰ ਆਪਣੇ ਅੰਦਰ ਪੈਦਾ ਕਰਕੇ ਉਹਦੇ ਵਿੱਚ ਹੀ ਚੁੱਭੀ ਮਾਰ ਲਈ, ਉੱਥੇ ਹੀ ਤੀਰਥ ਬਣਾ ਲਿਆ, ਆਪਣੇ ਮਨ ਦੇ ਵਿੱਚ ਹੀ ਤੀਰਥ ਬਣਾ ਲਿਆ ਤੇ ਆਪਣੇ ਮਨ ਦੇ ਵਿੱਚ ਇਸ ਨਾਮ ਸਰੋਵਰ ਦੇ ਤੀਰਥ ਦੇ ਉੱਤੇ ਨਹਾ ਕੇ ਉਸਨੇ ਕੀ ਕੀਤਾ? ਮਲ ਨਹਾਓ। ਕਹਿੰਦੇ ਨੇ ਕਿ ਆਪਣਾ ਮਲ ਮਲ ਕੇ ਜਿਹੜਾ ਹੈ ਉਸ ਨੂੰ ਨਹਾਇਆ ਤੇ ਆਪਣੇ ਸਰੀਰ ਦੀ ਜਿਹੜੀ ਮੈਲ ਸੀ ਉਹ ਤਾਂ ਪਾਣੀ ਦੇ ਨਾਲ ਧੋਤੀ ਜਾਂਦੀ ਹੈ, ਪਰ ਪਰਮਾਤਮਾ ਦੇ ਨਾਮ ਦੇ ਸਰੋਵਰ ਦੇ ਵਿੱਚ ਡੁਬਕੀ ਲਾਉਣ ਦੇ ਨਾਲ ਉਹਨੇ ਆਪਣੇ ਅੰਦਰ ਜਿਹੜਾ ਹੈ ਮਨ ਉਸ ਨੂੰ ਧੋ ਲਿਆ। ਮਨ ਦੇ ਵਿੱਚੋਂ ਜਿਤਨੇ ਵਿਕਾਰ ਸੀ ਦੂਰ ਕਰ ਲਏ। ਮਨ ਦੇ ਵਿੱਚੋਂ ਪਾਪਾਂ ਨੂੰ, ਲੋਭ ਨੂੰ, ਹੰਕਾਰ ਨੂੰ, ਇਹ ਸਾਰੀਆਂ ਚੀਜ਼ਾਂ ਨੂੰ, ਸਾਰੇ ਬੁਰੇ ਕਰਮਾਂ ਨੂੰ ਉਸਨੇ ਆਪਣੇ ਮਨ ਦੇ ਵਿੱਚੋਂ ਦੀ ਖਤਮ ਕਰ ਲਿਆ, ਆਪਣੇ ਮਨ ਦੇ ਅੰਦਰ ਨਾਮ ਸਰੋਵਰ ਨੂੰ ਪੈਦਾ ਕਰਕੇ। ਪਿਛਲੀ ਪੌੜੀ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਜੇਕਰ ਕੱਪੜੇ ਗੰਦੇ ਹੋ ਜਾਣ ਤਾਂ ਅਸੀਂ ਉਸ ਨੂੰ ਪਾਣੀ ਦੇ ਨਾਲ ਧੋ ਲੈਂਦੇ ਹਾਂ, ਤੇ ਜੇਕਰ ਸਾਡਾ ਸਰੀਰ ਲਿਬੜ ਜਾਏ ਉਹਨੂੰ ਵੀ ਅਸੀਂ ਪਾਣੀ ਦੇ ਨਾਲ ਤੇ ਸਾਬਣ ਦੇ ਨਾਲ ਧੋ ਲੈਂਦੇ ਹਾਂ। ਤੇ ਪਰ ਜੇਕਰ ਮਤ ਮੈਲੀ ਹੋ ਜਾਏ ਤਾਂ ਕੀ ਹੋਏਗਾ? ਕਹਿੰਦੇ ਨੇ ਕਿ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਨਾਮ ਸਿਮਰਨ ਕਰਕੇ ਉਹ ਮੈਲੀ ਹੋਈ ਮਤ ਨੂੰ ਉਹ ਧੋਤਾ ਜਾਂਦਾ ਹੈ। ਤੇ ਇੱਥੇ ਵੀ ਗੁਰੂ ਸਾਹਿਬ ਜੀ ਇਹੀ ਕਹਿ ਰਹੇ ਨੇ ਕਿ ਤੀਰਥ ਬਾਹਰ ਹੀ ਜਿਹੜੇ ਮੰਦਰ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਧਾਰਮਿਕ ਅਸਥਾਨਾਂ ਤੇ ਜਿਹੜੇ ਤੀਰਥ ਅਸਥਾਨ ਬਣੇ ਨੇ, ਉੱਥੇ ਜਾ ਕੇ ਸਰੋਵਰਾਂ ਦੇ ਵਿੱਚ, ਨਦੀਆਂ ਦੇ ਵਿੱਚ ਨਹਾਉਣ ਦੇ ਨਾਲ ਕਿਸੇ ਨੂੰ ਕੋਈ ਮਾਣ ਵਡਿਆਈ ਨਹੀਂ ਮਿਲੇਗਾ। ਪਰ ਜੇਕਰ ਕੋਈ ਆਪਣੇ ਮਨ ਦੇ ਅੰਦਰ ਹੀ ਪਰਮਾਤਮਾ ਦੇ ਨਾਮ ਰੂਪੀ ਸਰੋਵਰ ਬਣਾ ਕੇ ਉਹਦੇ ਵਿੱਚ ਹੀ ਚੁੱਭੀ ਲਾਵੇ ਤਾਂ ਉਹਦੇ ਮਨ ਦੇ ਅੰਦਰ ਪਵਿੱਤਰਤਾ ਜਿਹੜੀ ਹੈ ਉਹ ਆ ਜਾਂਦੀ ਹੈ। ਗੁਰੂ ਸਾਹਿਬ ਜੀ ਅੱਗੇ ਕਹਿੰਦੇ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਈ। ਕਹਿੰਦੇ ਨੇ ਕਿ ਹੇ ਪਰਮਾਤਮਾ ਜੀ, ਇਹ ਜੋ ਗੁਣ ਨਜ਼ਰ ਆ ਰਹੇ ਨੇ ਇਹ ਸਾਰੇ ਤੇਰੇ ਹੀ ਨੇ। ਪਰਮਾਤਮਾ ਜੀ, ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਤੁਸੀਂ ਗੁਣਾਂ ਨਾਲ ਭਰਪੂਰ ਹੋ ਤੇ ਤੁਸੀਂ ਹੀ ਇਹਨਾਂ ਸਾਰੇ ਗੁਣਾਂ ਦੀ ਦਾਤ ਜੀਵ ਨੂੰ ਦਿੰਦੇ ਹੋ। ਕਹਿੰਦੇ ਮੇਰੇ ਆਪਣੇ ਕੋਈ ਗੁਣ ਨਹੀਂ ਹੈ, ਮੇਰੇ 'ਚ ਤਾਕਤ ਨਹੀਂ ਹੈ ਕਿ ਮੈਂ ਕੋਈ ਗੁਣ ਪੈਦਾ ਕਰ ਸਕਾਂ, ਪਰ ਪਰਮਾਤਮਾ ਜੀ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਤੁਸੀਂ ਗੁਣਾਂ ਦੀ ਦਾਤ ਸਾਨੂੰ ਦਿੰਦੇ ਹੋ। ਇਸ ਲਈ ਮੇਰੇ ਅੰਦਰ ਵੀ ਜੇਕਰ ਕੋਈ ਗੁਣ ਨੇ ਉਹ ਵੀ ਪਰਮਾਤਮਾ ਜੀ ਤੁਹਾਡੇ ਨੇ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਮੇਰਾ ਕੋਈ ਵੀ ਇਹ ਗੁਣ ਨਹੀਂ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ। ਚੰਗੇ ਗੁਣ ਪੈਦਾ ਕੀਤੇ ਬਗੈਰ ਕਹਿੰਦੇ ਨੇ ਪਰਮਾਤਮਾ ਜੀ ਤੁਹਾਡੀ ਭਗਤੀ ਵੀ ਨਹੀਂ ਹੋ ਸਕਦੀ। ਕਹਿੰਦੇ ਨੇ ਭਗਤੀ ਲਈ ਵੀ ਚੰਗੇ ਗੁਣ ਜਿਹੜੇ ਨੇ ਉਹ ਪਰਮਾਤਮਾ ਜੀ ਚਾਹੀਦੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਪਰਮਾਤਮਾ ਕਿਰਪਾ ਕਰੇ, ਜੀਵ ਦੇ ਅੰਦਰ ਚੰਗੇ ਗੁਣ ਪੈਦਾ ਹੁੰਦੇ ਨੇ ਤੇ ਫਿਰ ਉਹ ਗੁਰੂ ਦੀ ਭਗਤੀ ਵੀ ਜਿਹੜੀ ਹੈ ਉਹ ਕਰਦਾ ਹੈ। ਸਵਸਤ ਆਥ ਬਾਣੀ ਬਰਮਾਓ। ਕਹਿੰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ ਜੀਓ, ਤੁਸੀਂ ਹਮੇਸ਼ਾ ਸੱਚੇ ਹੋ, ਤੁਸੀਂ ਬੜੇ ਸੋਹਣੇ ਹੋ, ਤੁਸੀਂ ਆਤ ਹੋ, ਤੁਸੀਂ ਮਾਇਆ ਹੋ, ਤੁਸੀਂ ਬ੍ਰਹਮਾ ਹੋ। ਦੁਨੀਆ ਦੇ ਜਿਤਨੇ ਵੀ ਪੈਦਾ ਕਰਨ ਵਾਲੇ, ਪਾਲਣ ਵਾਲੇ ਦੇਵਤੇ ਨੇ ਜਿਨ੍ਹਾਂ ਦਾ ਵੀ ਜ਼ਿਕਰ ਹੋਰ ਗ੍ਰੰਥਾਂ ਵਿੱਚ ਕੀਤਾ ਜਾਂਦਾ ਹੈ, ਕਹਿੰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ ਜੀ, ਉਹ ਤੁਸੀਂ ਹੋ, ਸਾਰਾ ਕੁਝ ਤੁਸੀਂ ਹੀ ਹੋ। ਤੁਸੀਂ ਵੀ ਸ਼ਿਵ, ਬ੍ਰਹਮਾ, ਪਾਰਵਤੀ, ਮਾਈ, ਸਾਰਾ ਕੁਝ ਪਰਮਾਤਮਾ ਜੀ ਉਹ ਤੁਸੀਂ ਹੀ ਹੋ। ਹੋਰ ਇਸ ਤੋਂ ਇਲਾਵਾ ਇਸ ਦੁਨੀਆ ਵਿੱਚ ਪੈਦਾ ਕਰਨ ਵਾਲੀ, ਪਾਲਣ ਵਾਲੀ, ਖਤਮ ਕਰਨ ਵਾਲੀ ਤਾਕਤ ਨਹੀਂ ਹੈ। ਸਤ ਸੁਹਾਣ ਸਦਾ ਮਨ ਚਾਓ। ਤੁਸੀਂ ਪਰਮਾਤਮਾ ਜੀ ਬੜੇ ਸੱਚੇ ਹੋ, ਸਤ ਸੁਹਾਣ, ਬੜੇ ਸੋਹਣੇ ਹੋ, ਸਦਾ ਮਨ ਚਾਓ। ਤੁਹਾਡੇ ਮਨ 'ਚ ਹਮੇਸ਼ਾ ਚਾਅ ਭਰਿਆ ਰਹਿੰਦਾ, ਖੇੜਾ ਭਰਿਆ ਰਹਿੰਦਾ, ਖੁਸ਼ੀਆਂ ਭਰੀਆਂ ਰਹਿੰਦੀਆਂ ਨੇ। ਤੁਹਾਡੇ ਮਨ ਦੇ ਅੰਦਰ ਕਦੀ ਦੁੱਖ ਨਹੀਂ ਦੇਖਿਆ, ਕਦੀ ਤੁਹਾਨੂੰ ਮੈਂ ਗੁੱਸੇ 'ਚ ਨਹੀਂ ਦੇਖਿਆ, ਤੁਹਾਨੂੰ ਮੈਂ ਕਦੀ ਦੁਖੀ ਨਹੀਂ ਦੇਖਿਆ। ਜਦੋਂ ਵੀ ਮੈਂ ਦੇਖਿਆ ਪਰਮਾਤਮਾ ਜੀਓ, ਹਰ ਵੇਲੇ ਮੈਂ ਤੁਹਾਨੂੰ ਖੁਸ਼ ਦੇਖਿਆ ਹੈ। ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕਹਿੰਦੇ ਨੇ ਕਿ ਉਹ ਪਰਮਾਤਮਾ ਕਦੀ ਕੋੜਾ ਨਹੀਂ ਬੋਲਦਾ, ਕਿਉਂਕਿ ਉਹਦੇ ਪਰਮਾਤਮਾ ਦੇ ਮਨ ਦੇ ਵਿੱਚ ਹਮੇਸ਼ਾ ਖੁਸ਼ੀਆਂ ਨੇ, ਖੇੜੇ ਨੇ, ਮਿੱਠਾਪਨ ਹੈ। ਤੇ ਉਸੇ ਹੀ ਤੁਕ ਨੂੰ ਗੁਰੂ ਸਾਹਿਬ ਜੀ ਇੱਥੇ ਲਿਖ ਰਹੇ ਨੇ, ਸਤ ਸੁਹਾਣ ਸਦਾ ਮਨ ਚਾਓ, ਕਿ ਪਰਮਾਤਮਾ ਜੀ ਤੁਹਾਡੇ ਮਨ ਦੇ ਅੰਦਰ ਹਮੇਸ਼ਾ ਚਾਓ, ਖੇੜੇ ਬਣੇ ਰਹਿੰਦੇ ਨੇ। ਤੇ ਹੁਣ ਗੁਰੂ ਸਾਹਿਬ ਜੀ ਨੇ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਦੱਸਦਿਆਂ ਕਿਹਾ ਹੈ ਕਿ ਦੁਨੀਆ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਪਤਾ ਕਿ ਪਰਮਾਤਮਾ ਨੇ ਇਸ ਸ੍ਰਿਸ਼ਟੀ, ਇਸ ਬ੍ਰਹਿਮੰਡ, ਇਸ ਸਾਰੀ ਕਾਇਨਾਤ ਨੂੰ ਕਿਸ ਤਰੀਕੇ ਨਾਲ ਕਿਵੇਂ ਬਣਾਇਆ। ਕਹਿੰਦੇ ਨੇ ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਮੈਨੇ ਮਤਲਬ ਕਿਹੜਾ, ਉਹ ਕਿਹੜਾ ਸਮਾਂ ਸੀ। ਕਹਿੰਦੇ ਨੇ ਕਵਣ ਸੁਵੇਲਾ, ਵੇਲਾ ਮੈਨੇ ਸਮਾਂ, ਵਕਤ ਕਵਣ, ਵੇਲਾ ਕਿਹੜਾ ਸੀ, ਸਮਾਂ ਕਿਹੜਾ ਸੀ, ਟਾਈਮ ਕਿਹੜਾ ਸੀ, ਉਸ ਦਿਨ ਕਿਹੜਾ ਸੀ, ਮਹੀਨਾ ਕਿਹੜਾ ਸੀ, ਵਾਰ ਕਿਹੜਾ ਸੀ। ਇਸ ਤੁਕ ਦੇ ਵਿੱਚ ਸਾਰਾ ਕੁਝ ਇਹੀ ਲਿਖਿਆ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਦਿਨ ਮਹੀਨਾ ਸਮਾਂ ਕਿਹੜਾ ਸੀ। ਕਹਿੰਦੇ ਨੇ ਇਹ ਕਿਸੇ ਨੂੰ ਪਤਾ ਨਹੀਂ। ਕਵਣ ਸੁਰਤੀ ਮਾਹ ਕਵਣ, ਰੁੱਤ ਕਿਹੜੀ ਸੀ, ਉਸ ਵੇਲੇ ਮਹੀਨਾ ਕਿਹੜਾ ਸੀ, ਕਵਣ
ਜਿਤ ਹੋਆ ਆਕਾਰ। ਜਦੋਂ ਇਹ ਪ੍ਰਮਾਤਮਾ ਨੇ ਸਾਰਾ ਆਕਾਰ ਬਣਾਇਆ, ਬ੍ਰਹਿਮੰਡ ਬਣਾਇਆ, ਇਹ ਸ੍ਰਿਸ਼ਟੀ ਬਣਾਈ, ਜੋ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਮਹਿਸੂਸ ਕਰਦੇ ਹਾਂ, ਜਿਹਦੇ ਬਾਰੇ ਸਾਨੂੰ ਪਤਾ ਲੱਗਦਾ ਹੈ, ਜਾਣਕਾਰੀ ਮਿਲਦੀ ਹੈ, ਇਹ ਸਾਰਾ ਆਕਾਰ ਕਹਿੰਦੇ ਨੇ ਕਦੋਂ ਬਣਾਇਆ? ਵੇਲ ਨ ਪਾਈਆ ਪੰਡਤੀ। ਕਹਿੰਦੇ ਨੇ ਕਿ ਇਸ ਚੀਜ਼ ਦਾ ਵੇਲਾ, ਇਸ ਚੀਜ਼ ਦਾ ਸਮਾਂ ਪੰਡਤਾਂ ਨੂੰ ਪਤਾ ਨਹੀਂ ਲੱਗਿਆ। ਜੇ ਹੋਵੇ ਲੇਖ ਪੁਰਾਣ। ਕਹਿੰਦੇ ਨੇ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਵੇਲਾ ਕਿਹੜਾ ਸੀ, ਕਵਣ ਸੁਰੂਤੀ ਮਹਾਕਵਣ ਕਵਣ ਵੇਲਾ, ਇਹ ਸਾਰਾ ਕੁਝ ਜੇਕਰ ਪੰਡਤਾਂ ਨੂੰ ਪਤਾ ਹੁੰਦਾ, ਕਹਿੰਦੇ ਨੇ ਕਿ ਉਹ ਇਸ ਦਾ ਜ਼ਿਕਰ ਆਪਣੇ ਪੁਰਾਣਾਂ ਦੇ ਵਿੱਚ ਕਰ ਜਾਂਦੇ। ਪਰ ਪੁਰਾਣਾਂ ਦੇ ਵਿੱਚ ਇਸ ਸ੍ਰਿਸ਼ਟੀ ਦਾ ਦਿਨ ਮਹੀਨਾ ਵਾਰ ਕੁਝ ਨਹੀਂ ਲਿਖਿਆ ਕਿ ਕਿਸ ਦਿਨ ਇਹ ਸਾਰੀ ਸ੍ਰਿਸ਼ਟੀ, ਇਹ ਸਾਰਾ ਆਕਾਰ ਬਣਿਆ। ਵਕਤ ਨ ਪਾਇਓ ਕਾਦੀਆਂ। ਇੱਥੇ ਕਾਦੀਆਂ ਦਾ ਮਤਲਬ ਹੈ ਕਾਜ਼ੀ। ਕਾਜ਼ੀ ਭਾਵ ਕਿ ਮੁਸਲਮਾਨ ਜਿਹੜੇ ਕਾਜ਼ੀ ਨੇ, ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ, ਉਹਨਾਂ ਨੂੰ ਵੀ ਸਮੇਂ ਦੀ ਜਾਣਕਾਰੀ ਨਹੀਂ ਪਤਾ ਲੱਗੀ ਕਿ ਕਿਹੜੇ ਵੇਲੇ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ। ਕਹਿੰਦੇ ਨੇ ਜੇਕਰ ਪਤਾ ਹੁੰਦਾ, ਜੇ ਲਿਖਣ ਲੇਖ ਕੁਰਾਨ। ਕਹਿੰਦੇ ਨੇ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਲਿਖ ਦਿੰਦੇ ਆਪਣੇ ਪਰਮਾਤਮਾ, ਆਪਣੇ ਧਰਮ ਗ੍ਰੰਥ ਕੁਰਾਨ ਦੇ ਵਿੱਚ ਇਸ ਬਾਰੇ ਸਾਰਾ ਕੁਝ ਉਹ ਜ਼ਿਕਰ ਕਰ ਦਿੰਦੇ। ਪਰ ਪੁਰਾਣ ਅਤੇ ਕੁਰਾਨ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਕਿ ਕਿਹੜੇ ਦਿਨ ਨੂੰ ਇਹ ਸ੍ਰਿਸ਼ਟੀ, ਇਹ ਕਾਇਨਾਤ ਜਿਹੜੀ ਹੈ ਬਣੀ। ਥਿਤ ਵਾਰ ਨਾ ਜੋਗੀ ਜਾਣੇ। ਕਹਿੰਦੇ ਨੇ ਜੋਗੀ ਵੀ ਆਪਣੇ ਆਪ ਨੂੰ ਬੜਾ ਮਸ਼ਹੂਰ ਸਮਝਦੇ ਨੇ, ਬੜਾ ਗਿਆਨਵਾਨ, ਬੜਾ ਉੱਚ ਦਰਜੇ ਦਾ ਸਮਝਦੇ ਨੇ। ਕਹਿੰਦੇ ਨੇ ਪਰ ਜੋਗੀਆਂ ਨੂੰ ਵੀ ਕਿਸੇ ਦਿਨ ਦਾ, ਥਿਤ ਦਾ, ਵਾਰ ਦਾ, ਮਹੀਨੇ ਦਾ, ਦਿਨ ਦਾ ਕੁਛ ਨਹੀਂ ਪਤਾ ਲੱਗਿਆ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਕਿਸੇ ਨੂੰ ਨਹੀਂ ਪਤਾ ਕਿਹੜੀ ਰੁੱਤ ਨੂੰ, ਕਿਹੜੇ ਮਹੀਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਇਸ ਕਾਇਨਾਤ, ਇਸ ਬ੍ਰਹਿਮੰਡ ਨੂੰ ਬਣਾਇਆ। ਜਾਂ ਕਰਤਾ ਸਿਰ ਠੀਕੋ ਸਾਜੈ। ਕਹਿੰਦੇ ਨੇ ਕਿ ਪਰਮਾਤਮਾ ਜੀ ਨੇ ਇਸ ਸ੍ਰਿਸ਼ਟੀ ਨੂੰ ਕਦੋਂ ਸਾਜਿਆ? ਜਾਂ ਕਰਤਾ। ਕਹਿੰਦੇ ਨੇ ਕਿ ਕਦੋਂ, ਇੱਕ ਕੁਐਸਚਨ ਪੁੱਛਿਆ ਕਿ ਜਾਂ ਕਰਤਾ ਸਿਰ ਠੀਕੋ ਸਾਜੇ, ਕਿ ਕਰਤੇ ਨੇ, ਉਸ ਕ੍ਰੀਏਟਰ ਨੇ, ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਕਦੋਂ ਰਚਿਆ? ਆਪੇ ਜਾਣੈ ਸੋਈ। ਉਹ ਪਰਮਾਤਮਾ ਇਸ ਕਾਇਨਾਤ ਨੂੰ ਬਣਾਉਣ ਦੀ ਦਿਨ, ਮਹੀਨਾ, ਤਰੀਕ, ਰੁੱਤ, ਮਾਹ ਉਹ ਆਪ ਹੀ ਜਾਣਦਾ, ਕੋਈ ਹੋਰ ਨਹੀਂ ਜਾਣਦਾ। ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਉਹ ਆਪ ਹੀ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਕਿਵ ਕਰ ਆਖਾਂ ਕਿਵ ਸਾਲਾਹੀ। ਕਹਿੰਦੇ ਕਿ ਮੈਂ ਕਿਵੇਂ ਆਖ ਸਕਦਾ? ਕਹਿੰਦੇ ਨੇ ਕਿ ਇਸ ਬਾਰੇ ਮੈਂ ਕੋਈ ਜਾਣਕਾਰੀ ਨਹੀਂ ਦੇ ਸਕਦਾ, ਮੈਨੂੰ ਕੋਈ ਜਾਣਕਾਰੀ ਨਹੀਂ। ਮੈਂ ਕਿਵੇਂ ਆਖਾਂ ਕਿ ਕਿਹੜਾ ਦਿਨ ਸੀ, ਕਿਹੜਾ ਮਹੀਨਾ ਸੀ, ਕਿਹੜਾ ਵਾਰ ਸੀ? ਮੈਂ ਉਸ ਪਰਮਾਤਮਾ ਨੂੰ ਕਿਵੇਂ ਸਲਾਹਾਂ? ਕਹਿੰਦੇ ਨੇ ਕਿ ਕਿਵੇਂ ਉਹਦਾ ਵਰਣਨ ਕਰਾਂ? ਕਹਿੰਦੇ ਨੇ ਮੈਂ ਕੁਛ ਨਹੀਂ ਜਾਣਦਾ। ਕਿ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਬਾਰੇ ਗੁਰੂ ਸਾਹਿਬ ਜੀ ਆਪਣੇ ਇੱਕ ਤਰ੍ਹਾਂ ਹੱਥ ਖੜੇ ਕਰ ਰਹੇ ਨੇ। ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਬਾਰੇ ਗੁਰੂ ਸਾਹਿਬ ਜੀ ਇੱਕ ਤਰ੍ਹਾਂ ਆਪਣੇ ਹੱਥ ਖੜੇ ਕਰ ਰਹੇ ਨੇ ਕਿ ਪਰਮਾਤਮਾ ਖੁਦ ਬੇਅੰਤ ਹੈ, ਪਰਮਾਤਮਾ ਕਰਤਾ, ਕ੍ਰੀਏਟਰ ਹੈ। ਪਰਮਾਤਮਾ ਨੇ ਕਿਸ ਦਿਨ ਇਸ ਸ੍ਰਿਸ਼ਟੀ ਨੂੰ ਬਣਾਇਆ, ਕਿਹੜਾ ਮਹੀਨਾ ਸੀ, ਦਿਨ ਸੀ, ਰੁੱਤੀ ਸੀ, ਮੌਸਮ ਕਿਹੜਾ ਸੀ? ਕਹਿੰਦੇ ਨੇ ਕਿਸੇ ਨੂੰ ਨਹੀਂ ਪਤਾ ਤੇ ਮੈਨੂੰ ਵੀ ਇਸ ਚੀਜ਼ ਦੀ ਜਾਣਕਾਰੀ ਨਹੀਂ ਹੈ। ਨਾਨਕ ਆਖਣ ਸਭ ਕੋ ਆਖੈ। ਕਹਿੰਦੇ ਨੇ ਕਿ ਹੇ ਨਾਨਕ, ਇੱਥੇ ਲੋਕ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਬਹੁਤ ਕੁਝ ਆਖਦੇ ਨੇ। ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਬਾਰੇ ਬੜੇ ਬਿਆਨ ਕਰਦੇ ਨੇ ਕਿ ਪਰਮਾਤਮਾ ਦੀ ਕਾਇਨਾਤ ਕਦੋਂ ਬਣੀ, ਕਿ ਪਰਮਾਤਮਾ ਨੇ ਕਿਹੜੇ ਦਿਨ, ਮਹੀਨੇ, ਸਾਲ ਨੂੰ ਇਹ ਕਾਇਨਾਤ ਜਿਹੜੀ ਹੈ ਉਹ ਬਣਾਈ। ਨਾਨਕ ਆਖਣ ਸਭ ਕੋ ਆਖੈ, ਇੱਕ ਦੂੰ ਇੱਕ ਸਿਆਣਾ। ਕਹਿੰਦੇ ਨੇ ਕਿ ਲੋਕੀ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸਿਆਣਾ ਸਮਝਦੇ ਨੇ। ਕਹਿੰਦੇ ਨੇ ਕਿ ਉਹ ਸਿਆਣਾ ਘੱਟ ਹੈ, ਮੈਂ ਸਿਆਣਾ ਜ਼ਿਆਦਾ, ਮੈਨੂੰ ਪਤਾ ਹੈ ਕਿ ਪਰਮਾਤਮਾ ਨੇ ਕਾਇਨਾਤ ਕਦੋਂ ਬਣਾਈ। ਕਹਿੰਦੇ ਨੇ ਕਿ ਇਹ ਬਸ ਇੱਥੇ ਇਸੇ ਚੀਜ਼ ਦਾ ਹੀ ਝਗੜਾ ਹੈ। ਲੋਕ ਇੱਕ ਤੋਂ ਵੱਧ ਸਿਆਣੇ ਬਣੇ ਹੋਏ ਨੇ ਤੇ ਆਪਣੀ ਆਪਣੀ ਥਿਊਰੀ ਦੇ ਨਾਲ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਬਾਰੇ ਜ਼ਿਕਰ ਕਰ ਰਹੇ ਨੇ। ਪਰ ਗੁਰੂ ਸਾਹਿਬ ਜੀ ਨੇ ਉੱਪਰਲੀਆਂ ਲਾਈਨਾਂ ਦੇ ਵਿੱਚ ਬਿਲਕੁਲ ਜ਼ਿਕਰ ਕਰ ਦਿੱਤਾ ਕਿ ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਹਿੰਦੇ ਨੇ ਕਿ ਇਹਦੇ ਬਾਰੇ ਨਾ ਕਿਸੇ ਪੰਡਤ ਨੂੰ, ਕਿਸੇ ਕਾਜ਼ੀ ਨੂੰ, ਕਿਸੇ ਜੋਗੀ ਨੂੰ, ਕਿਸੇ ਵਿਅਕਤੀ ਨੂੰ ਇਸ ਦੀ ਚੀਜ਼ ਦੀ ਜਾਣਕਾਰੀ ਨਹੀਂ ਹੈ। ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿ ਪਰਮਾਤਮਾ ਨੂੰ ਖੁਦ ਹੀ ਇਸ ਚੀਜ਼ ਦੇ ਬਾਰੇ ਪਤਾ ਹੈ। ਕਹਿੰਦੇ ਨੇ ਵੱਡਾ ਸਾਹਿਬ ਵੱਡੀ ਨਾਈ। ਉਹ ਪਰਮਾਤਮਾ ਬਹੁਤ ਵੱਡਾ ਹੈ, ਬੜਾ ਬੇਅੰਤ ਹੈ, ਉਹਦਾ ਪਾਰ ਪਾਇਆ ਨਹੀਂ ਜਾ ਸਕਦਾ। ਵੱਡੀ ਨਾਈ,
ਉਹਦੀ ਵਡਿਆਈ ਬੜੀ ਵੱਡੀ ਹੈ, ਉਹਦਾ ਨਿਆਂ ਬੜਾ ਵੱਡਾ ਹੈ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂਕਾ ਹੋਵੇ। ਕਹਿੰਦੇ ਨੇ ਇਹ ਸਾਰਾ ਕੁਝ ਜੋ ਪਸਾਰਾ ਅਸੀਂ ਦੇਖਦੇ ਪਏ ਹਾਂ, ਇਹ ਸਾਰਾ ਕੁਝ ਉਸ ਅਕਾਲ ਪੁਰਖ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਜੇਕਰ ਕੋਈ ਵਿਅਕਤੀ ਇਸ ਚੀਜ਼ ਦਾ ਮਾਣ ਕਰੇ, ਹੰਕਾਰ ਕਰੇ ਤੇ ਇਸ ਚੀਜ਼ ਦਾ ਬਿਆਨ ਕਰਨ ਦੀ ਕੋਸ਼ਿਸ਼ ਕਰੇ ਕਿ ਮੈਨੂੰ ਇਸ ਚੀਜ਼ ਦੇ ਬਾਰੇ ਸਾਰਾ ਕੁਝ ਪਤਾ ਹੈ, ਤੇ ਕਹਿੰਦੇ ਨੇ ਕਿ ਉਸ ਵਿਅਕਤੀ ਨੂੰ ਕਦੀ ਵੀ ਪਰਮਾਤਮਾ ਦੇ ਦਰ ਦੇ ਉੱਤੇ ਮਾਣ ਸਤਿਕਾਰ ਨਹੀਂ ਮਿਲਦਾ। ਨਾਨਕ ਜੇ ਕੋ ਆਪੋ ਜਾਣੈ, ਕਿ ਇਹ ਕਵੇ ਕਿ ਮੈਨੂੰ ਇਹ ਸਾਰਾ ਕੁਝ ਪਤਾ ਹੈ, ਤਾਂ ਉਹ ਅੱਗੇ ਗਿਆ ਨਾ ਸੋਹੇ, ਭਾਵ ਕਿ ਪਰਮਾਤਮਾ ਦੇ ਦਰ ਦੇ ਉੱਤੇ ਉਹ ਸੌਂਦਾ ਨਹੀਂ ਹੈ, ਉਹ ਵਡਿਆਈ ਨਹੀਂ ਮਿਲਦੀ ਉਸ ਨੂੰ ਮਾਣ ਸਤਿਕਾਰ ਨਹੀਂ ਮਿਲਦਾ, ਕਿਉਂਕਿ ਉਹ ਆਪਣੇ ਆਪ ਨੂੰ ਸਿਆਣਾ ਸਮਝ ਰਿਹਾ ਹੈ ਤੇ ਪਰਮਾਤਮਾ ਨੂੰ ਉਹ ਛੁਟਿਆ ਰਿਹਾ ਹੈ। ਤੇ ਆਓ ਇਸ ਪੌੜੀ ਤੋਂ ਆਪਾਂ ਸਿੱਖਿਆ ਲਈਏ ਕਿ ਪਰਮਾਤਮਾ ਬਹੁਤ ਬੇਅੰਤ ਹੈ, ਪਰਮਾਤਮਾ ਦੀ ਕਾਇਨਾਤ ਬਹੁਤ ਵੱਡੀ ਹੈ। ਅੱਜ ਵੀ ਸਾਇੰਸਦਾਨ ਜਿਹੜੇ ਨੇ ਬੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਬਣਾਈ ਹੋਈ ਕਾਇਨਾਤ ਦਾ ਅਸੀਂ ਪਾਰ ਉਤਾਰਾ ਲੱਭ ਲਈਏ। ਕਹਿੰਦੇ ਨੇ ਬੜੀਆਂ ਉਹਨਾਂ ਨੇ ਦੂਰਬੀਨਾਂ ਲਗਾਈਆਂ, ਬੜਾ ਕੁਝ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਜੋ ਕੁਝ ਉਹਨਾਂ ਨੂੰ ਨਜ਼ਰ ਆ ਰਿਹਾ ਉਹ ਕਹਿੰਦੇ ਨੇ ਕਿ ਸੈਂਕੜੇ ਹਜ਼ਾਰਾਂ ਪ੍ਰਕਾਸ਼ ਵਰੇ ਲਾਈਟ ਈਅਰਸ ਪਰਾਂ ਨੇ ਉਹ ਚੀਜ਼ਾਂ, ਤੇ ਉਸ ਤੋਂ ਅੱਗੇ ਵੀ ਹੋਰ ਬੜਾ ਕੁਝ ਹੈ। ਕਹਿੰਦੇ ਨੇ ਕਿ ਹਜੇ ਤੱਕ ਤਾਂ ਅਸੀਂ ਸਿਰਫ ਦੇਖ ਹੀ ਸਕੇ ਹਾਂ ਕਈ ਚੀਜ਼ਾਂ ਨੂੰ, ਉਹਨਾਂ ਤੱਕ ਪਹੁੰਚਣਾ ਤਾਂ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਤੇ ਉਸ ਤੋਂ ਪਰੇ ਵੀ ਕਿਹੜੀਆਂ ਚੀਜ਼ਾਂ ਨੇ ਉਹ ਸਾਨੂੰ ਹਜੇ ਤੱਕ ਕੋਈ ਚੀਜ਼ ਦੀ ਜਾਣਕਾਰੀ ਨਹੀਂ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਾਇੰਸਦਾਨਾਂ ਦੀ ਵੀ ਜਿਹੜੀ ਗੱਲ ਸੀ ਉਸ ਨੂੰ ਵੀ ਕੱਟਦਿਆਂ ਹੋਇਆਂ ਸਭ ਤੋਂ ਆਖਰੀ ਗੱਲ ਕਰ ਦਿੱਤੀ ਕਿ ਜਾਂ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ, ਕਿ ਪਰਮਾਤਮਾ ਨੇ ਕੀ ਬਣਾਇਆ, ਕਿਵੇਂ ਬਣਾਇਆ, ਇਸ ਸਭ ਬਾਰੇ ਜਾਣਕਾਰੀ ਪਰਮਾਤਮਾ ਨੂੰ ਹੀ ਹੈ। ਅਸੀਂ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ। ਤੇ ਅਸੀਂ ਕੀ ਕਰੀਏ ਕਿ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਕੇ ਉਹਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਈਏ, ਉਹਦੇ ਨਾਮ ਦਾ ਸਰੋਵਰ ਆਪਣੇ ਮਨ 'ਚ ਬਣਾ ਕੇ ਉਸ ਸਰੋਵਰ ਦੇ ਵਿੱਚ ਚੁੱਭੀਆਂ ਲਾਈਏ ਤੇ ਉਸ ਸਰੋਵਰ ਦੇ ਵਿੱਚ ਨਹਾ ਕੇ ਅਸੀਂ ਆਪਣੇ ਮਨ ਨੂੰ ਪਵਿੱਤਰ ਕਰੀਏ, ਸਾਫ਼ ਸੁਥਰਾ ਕਰੀਏ। ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ। ਪਰ ਅਸੀਂ ਆਪਣੇ ਮਨ ਦੇ ਅੰਦਰ ਅੰਤਰਗਤ ਤੀਰਥ ਮਲ ਨਹਾਓ, ਅੰਦਰ ਆਪਣੇ ਤੀਰਥ ਬਣਾ ਕੇ ਉਹਦੇ ਵਿੱਚ ਹੀ ਮਲ ਮਲ ਕੇ ਨਹਾਈਏ, ਪਾਪਾਂ ਨੂੰ ਦੂਰ ਕਰੀਏ। ਆਓ ਇਤਨੇ ਕੁ ਵਿਚਾਰਾਂ ਦੀ ਸਾਂਝ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।